बिस्मिल्लाहिर्रहमानिर्रहीम अस्सलाम वालेकुम व रहमतुल्लाहि व बरकातहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसीं सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ो ईमान दे विच रखे। अज दे व्लॉग दे विच मैं तुहानूं एक बहुत ही दर्दनाक बड़ा यानी दुख वाला वाकया जिहड़ा एक मां दा आ कि एक नई हजे दुल्हन आ जिहदी शादी होई हुंदी आ, ਉਹਦੀ बेटी दी जिहदा नाम हिरा हुंदा, ਉਹ ਵੈਂਟੀਲੇਟਰ ਤੇ ਪਈ ਆ ਵਿਊ ਹਸਪਤਾਲ ਦੇ ਵਿੱਚ ਤੇ ਬਾਹਰ ਬੈਠ ਕੇ ਸਾਰੇ ਸਿਹਤ ਵਾਸਤੇ ਦੁਆਵਾਂ ਕਰ ਰਹੇ ਨੇ, ਰੋ ਰਹੇ ਨੇ। ਲੇਕਿਨ ਉਹਦਾ ਸ਼ੋਹਰ ਇੰਟਰਵਿਊ ਦੇ ਰਿਹਾ ਕਿ ਇਹਨਾਂ ਨੇ ਮੇਰੇ ਨਾਲ ਧੋਖਾ ਕੀਤਾ, ਫਰਾਡ ਕੀਤਾ, ਇਹਨਾਂ ਨੇ ਇਹਦੇ ਵਿੱਚ ਜਿਹੜਾ ਐਪ ਸੀ ਉਹ ਮੈਨੂੰ ਨਹੀਂ ਦੱਸਿਆ ਹੈਗਾ। ਉਹ ਕੀ ਗੱਲਬਾਤ ਸੀ, ਕੀ ਵਜ੍ਹਾ ਸੀ ਕਿ ਉਹ ਵਿਚਾਰੀ ਇਸ ਟਾਈਮ ਵਿਊ ਹਸਪਤਾਲ ਲਾਹੌਰ ਦੇ ਵਿੱਚ ਵੈਂਟੀਲੇਟਰ ਤੇ ਪਈ ਆ और आखिरी छावां ओदियां चल रही। डॉक्टर कहते ने इहदे वास्ते दुआ करो। सारे बैठ के बाहर दुआ कर रहे ने। ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਵੀਡੀਓ ਨੂੰ ਗੌਰ ਨਾਲ ਸੁਣਨਾ ਲਾਜ਼ਮੀ ਔਰ ਪੂਰੀ ਵੇਖਣਾ ਤੇ ਇਸ ਵਾਕਿਏ ਦੇ ਮੁਤਾਲਕ ਫਿਰ ਤੁਹਾਨੂੰ ਸਮਝ ਲੱਗੇਗੀ ਇਹ ਵਾਕਿਆ ਇੱਕ ਸਬਕ ਅਮੋਜ਼ ਵੀ ਹੈਗਾ। ਇਹ ਵਾਕਿਆ ਜਿਹੜਾ ਲਾਹੌਰ ਦਾ ਆ ਕਿਲਾ ਗੁੱਜਰ ਸਿੰਘ, ਉੱਥੇ ਇੱਕ ਫੈਮਿਲੀ ਰਹਿੰਦੀ ਆ। ਉਸ ਫੈਮਿਲੀ ਦੇ ਸਰਬਰਾਹ ਦਾ ਨਾਮ ਸੀ ਮੁਹੰਮਦ ਸ਼ਾਹਿਦ। ਉਹਦੀ ਬੀਵੀ ਦਾ ਨਾਮ ਸੀ ਰੋਬੀਨਾ ਸ਼ਾਹੀਨ। ਰੋਬੀਨਾ ਸ਼ਾਹੀਨ ਔਰ ਸ਼ਾਹਿਦ ਨੂੰ ਅੱਲਾਹ ਤਾਲਾ ਨੇ ਇੱਕੋ ਬੇਟੀ ਦਿੱਤੀ ਸੀ, ਉਹਦਾ ਨਾਮ ਸੀ ਹਿਰਾ। ਮੁਹੰਮਦ ਸ਼ਾਹਿਦ ਜਿਹੜਾ ਸੀ ਇੱਕ ਸਿਗਰਟ ਦੇ ਖੋਖੇ ਤੇ ਉੱਥੇ ਕੰਮ ਕਰਦਾ ਸੀ। ਸਿਗਰਟ ਵਾਲੇ ਖੋਖੇ ਤੋਂ ਜਿਹੜੇ ਪੈਸੇ ਮਿਲਦੇ ਸੀ ਉਹਦੇ ਨਾਲ ਉਹ ਘਰ ਦਾ ਸਰਕਲ ਚਲਾਉਂਦਾ ਸੀ। ਉਸ ਵੇਲੇ ਹਿਰਾ ਦੀ ਉਮਰ ਜਿਹੜੀ ਸੀ 7 ਸਾਲ ਸੀ। 2010 ਦੇ ਵਿੱਚ ਸ਼ਾਹਿਦ ਦੀ ਮੌਤ ਵਾਕਿਆ ਹੋ ਜਾਂਦੀ ਹੈ। ਇਹ ਇੱਕ ਕਿਰਾਏ ਦੇ ਮਕਾਨ ਤੇ ਰਹਿੰਦੇ ਸੀ ਜਦੋਂ ਅਜੇ ਸ਼ਾਹਿਦ ਵੀ ਇਹਨਾਂ ਦਾ ਹਿਰਾ ਦਾ ਵਾਲਿਦ ਜ਼ਿੰਦਾ ਸੀ। ਬੜਾ ਮੁਸ਼ਕਲ ਗੁਜ਼ਾਰਾ ਕਰਦਾ ਸੀ। ਜਿਸ ਵੇਲੇ ਫੌਤ ਹੋ ਗਿਆ ਇਹਨਾਂ ਕੋਲੋਂ ਕਿਰਾਇਆ ਜਿਹੜਾ ਪੂਰਾ ਨਾ ਹੋਇਆ। ਮਾਲਕ ਮਕਾਨ ਸੀ ਜਿਹੜਾ ਕਿਰਾਏਦਾਰ, ਉਹ ਇਹਨਾਂ ਨੂੰ ਬੜਾ ਤੰਗ ਕਰਦਾ ਸੀ ਕਿ ਕਿਰਾਇਆ ਦਿਓ, ਲੇਕਿਨ ਇਹਨਾਂ ਕੋਲ ਇੰਨੀ ਗੁੰਜਾਇਸ਼ ਨਹੀਂ ਸੀ ਕਿ ਕਿਰਾਇਆ ਦੇ ਸਕਣ। ਜਿਹੜੀ ਰੋਬੀਨਾ ਸ਼ਾਹੀਨ ਸੀ ਹਿਰਾ ਦੀ ਅੰਮੀ, ਹੌਲੀ ਹੌਲੀ ਨੌਕਰੀ ਲੱਭਦੀ ਰਹੀ। ਆਖਿਰਕਾਰ ਇੱਕ ਸਕੂਲ ਦੇ ਵਿੱਚ ਆਇਆ ਦੀ ਨੌਕਰੀ ਲੱਭ ਗਈ। ਇਹਨੇ ਸਕੂਲ ਵਾਲਿਆਂ ਨੂੰ ਸਾਰੀ ਗੱਲਬਾਤ ਸੁਣਾਈ, ਕਹਾਣੀ ਸੁਣਾਈ ਵੀ ਇਸ ਤਰ੍ਹਾਂ ਮੇਰਾ ਸ਼ੌਹਰ 2010 ਫੌਤ ਹੋ ਗਿਆ ਸੀ ਤੇ ਮੈਂ ਹੁਣ ਬੇਰੋਜ਼ਗਾਰ ਹਾਂ। ਕਿਰਾਏ ਦਾ ਸਾਡਾ ਮਕਾਨ, ਸਕੂਲ ਵਾਲਿਆਂ ਨੇ ਤਰਸ ਖਾਦਾ, ਇਹਨੂੰ ਨੌਕਰੀ ਵੀ ਦੇਤੀ। ਉਸ ਤੋਂ ਬਾਅਦ ਫਿਰ ਸਕੂਲ ਵਾਲਿਆਂ ਨੇ ਕਿਹਾ ਕਿ ਤੂੰ ਇੱਥੇ ਕਲਾਸਰੂਮ ਦੇ ਵਿੱਚ ਹੀ ਤੂੰ ਤੇ ਤੇਰੀ ਬੇਟੀ 2 ਜਣੇ ਤੁਸੀਂ ਹੈਗੇ ਆ, 2 ਜੀ ਆ, ਤੇ ਇੱਥੇ ਸੋ ਜਾ ਕਰੋ। ਉਹਨੇ ਰੋਬੀਨਾ ਸ਼ਾਹੀਨ ਨੇ ਸਾਰਾ ਦਿਨ ਸਕੂਲ ਦੇ ਵਿੱਚ ਕੰਮ ਕਰਨਾ ਆਇਆ ਦਾ। ਉਸ ਤੋਂ ਬਾਅਦ ਜਿਸ ਵੇਲੇ ਛੁੱਟੀ ਹੋਣੀ, ਸ਼ਾਮ ਨੂੰ ਖਾਣਾ ਛਾਣਾ ਖਾ ਕੇ ਮਾਂ ਧੀ ਨੇ 2-3 ਟੇਬਲ ਇਕੱਠੇ ਕਰਨੇ, ਜੋੜਨੇ ਤੇ ਉੱਥੇ ਹੀ ਸੋ ਜਾਣਾ। ਉਹਨਾਂ ਟੇਬਲਾਂ ਨੂੰ ਇਹਨਾਂ ਨੇ ਸਮਝੋ ਕਿ ਬੈੱਡ ਬਣਾ ਲਏ। ਜਦੋਂ ਗੁਜ਼ਾਰਾ ਕਰਨਾ ਹੋਵੇ, ਗੁਰਬਤ ਹੋਵੇ, ਫਿਰ ਇਹੋ ਜਿਹਾ ਵਕਤ ਹੋਵੇ ਕਿ ਜਦੋਂ ਰਿਸ਼ਤੇਦਾਰ ਵੀ ਕੋਈ ਭੈਣ ਭਰਾ ਵੀ ਸਾਥ ਨਾ ਦਵੇ ਤੇ ਫਿਰ ਬੰਦੇ ਨੂੰ ਟੇਬਲ ਨੂੰ ਬੈੱਡ ਬਣਾ ਕੇ ਹੀ ਸੋਣਾ ਪੈਂਦਾ। ਜਿਸ ਤਰ੍ਹਾਂ ਇਹਨਾਂ ਨੇ ਆਪਣੀ ਜ਼ਿੰਦਗੀ ਮੁਸ਼ਕਲ ਤਰੀਨ ਦੌਰ ਦੇ ਵਿੱਚ ਗੁਜ਼ਾਰੀ। ਉਸ ਤੋਂ ਬਾਅਦ ਆਸਤਾ ਆਸਤਾ ਹਿਰਾ ਜਿਹੜੀ ਆ ਉਹ ਜਵਾਨ ਹੋ ਗਈ। ਹਿਰਾ ਵਾਸਤੇ ਕਿਸੇ ਨੇ ਰਿਸ਼ਤਾ ਜਿਹੜਾ ਦੱਸਿਆ, ਇਹਨਾਂ ਨੇ ਰਿਸ਼ਤਾ ਦੇਖਿਆ, ਇਹਨਾਂ ਨੂੰ ਰਿਸ਼ਤਾ ਜਿਹੜਾ ਸੀ ਉਹ ਪਸੰਦ ਆ ਗਿਆ। ਇਹਨਾਂ ਨੇ ਉਹ ਨੌਮਾਨ ਨਾਮੀ ਇੱਕ ਲੜਕਾ ਸੀ, ਉਹਦੇ ਨਾਲ ਸ਼ਾਦੀ ਦੀ ਤਾਰੀਖ ਤੈਅ ਪਾ ਗਈ। ਜਨਵਰੀ ਦੀ 17, 18, 19 ਤਾਰੀਖ ਇਹਨਾਂ ਨੇ ਸ਼ਾਦੀ ਦੀ ਨੌਮਾਨ ਨਾਮੀ ਲੜਕੇ ਦਾ ਰੱਖ ਦਿੱਤੀ। ਇਹ ਸ਼ਾਦੀ ਜਿਹੜੀ ਆ 17, 18, 19 ਤਰੀਕ ਨੂੰ ਹੋ ਜਾਂਦੀ ਆ ਤੇ ਹਿਰਾ ਜਿਹੜੀ ਆ ਘਰ ਲਾਹੌਰ ਆ ਜਾਂਦੀ ਆ। ਜਿਸ ਵੇਲੇ ਹਿਰਾ ਦੀ ਸ਼ਾਦੀ ਹੋ ਜਾਂਦੀ ਆ ਤੇ ਨੌਮਾਨ ਜਿਹੜਾ ਇਹਨੂੰ ਆਪਣੇ ਘਰ ਭਗਤਪੁਰੇ ਲੈ ਕੇ ਘਰ ਸ਼ਿਫਟ ਹੋ ਜਾਂਦਾ ਤੇ ਪਿੱਛੋਂ ਇਹਦੀ ਮਾਂ ਜਿਹੜੀ ਆ ਕੱਲੀ ਰਹਿੰਦੀ ਆ। ਹੁਣ ਕਲਾਸਰੂਮ ਦੇ ਵਿੱਚ ਸ਼ਾਮ ਨੂੰ ਕੱਲੀ ਸੌਂਦੀ ਆ ਵਿਚਾਰੀ, ਪਰੇਸ਼ਾਨ, ਮੁਖਤਲਿਫ ਕਿਸਮ ਦੇ ਖਿਆਲਾਤ ਆਉਂਦੇ ਨੇ, ਸੋਚਦੀ ਰਹਿੰਦੀ ਆ। ਸ਼ਾਦੀ ਬੜੀ ਅੱਛੀ ਗੁਜ਼ਰੀ ਤੇ 1 ਮਹੀਨਾ ਹੋਇਆ ਸੀ ਅਜੇ ਸ਼ਾਦੀ ਗੁਜ਼ਰੀ ਨੂੰ। ਬੜੇ ਚਾਵਾਂ ਲਾਡਾਂ ਦੇ ਨਾਲ ਵਿਆਹ ਕੇ ਲਿਆਂਦੀ ਹਿਰਾ। ਨੁਮਾਨ ਦੀ ਤੇ ਹਿਰਾ ਦੀ ਫਿਰ ਅੰਡਰਸਟੈਂਡਿੰਗ ਹੋ ਗਈ। ਇੱਕ ਦਿਨ ਕਰਨੀ ਖੁਦਾ ਦੀ ਐਸੀ ਹੋਈ ਕਿ ਉਹ ਬੇਹੋਸ਼ ਹੋ ਕੇ ਡਿੱਗ ਪੈਂਦੀ ਆ। ਨੁਮਾਨ ਜਿਹੜਾ ਉਹ ਡਰ ਜਾਂਦਾ ਵੀ ਇਹਨੂੰ ਕੀ ਹੋ ਗਿਆ, ਪਤਾ ਨਹੀਂ ਇਹ ਪਾਗਲ ਹੋ ਗਈ ਆ। 10 ਮਿੰਟ ਤੱਕ ਉਹਨੂੰ ਨਾ ਦੌਰਾ ਪਿਆ ਰਿਹਾ, ਹੱਥ ਪੈਰ ਉਹਦੇ ਵਿੰਗੇ ਹੋ ਗਏ, ਅੱਖਾਂ ਬਾਹਰ ਆ ਗਈਆਂ ਤੇ ਉਸ ਇੱਕ ਮਿਰਗੀ ਦਾ ਦੌਰਾ ਸੀ। ਉਸ ਤੋਂ ਬਾਅਦ ਨੁਮਾਨ ਜਿਹੜਾ ਉਹ ਡਰ ਗਿਆ। ਉਹਨੇ ਉਹਦੀ ਉਹ ਸਾਰੀ ਵੀਡੀਓ ਬਣਾ ਲਈ। ਜਿਸ ਵੇਲੇ 10 ਮਿੰਟ ਬਾਅਦ ਹਿਰਾ ਨੂੰ ਹੋਸ਼ ਆਇਆ ਫਿਰ ਨੁਮਾਨ ਪੁੱਛਦਾ ਕਿ ਤੈਨੂੰ ਕੀ ਹੋਇਆ। ਹਿਰਾ ਕਹਿਣ ਲੱਗੀ ਮੈਨੂੰ ਤਾਂ ਕੁਝ ਨਹੀਂ ਹੋਇਆ। ਉਹ ਕਹਿਣ ਲੱਗਾ ਤੂੰ ਝੂਠ ਬੋਲਦੀ ਆ, ਤੂੰ ਤਾਂ ਪਾਗਲ ਆ, ਤੈਨੂੰ ਪਾਗਲਪਨ ਦਾ
ਦੌਰਾ ਪੈਂਦਾ ਤੇ ਉਹ ਨੁਮਾਨ ਜਿਹੜਾ ਨਾ ਉਹਦੇ ਨਾਲ ਤੂੰ ਮੈਂ ਤਕਰਾਰ ਕਰਦਾ ਲੜਾਈ ਵੱਧਦੀ ਗਈ। ਉਹਨੇ ਕਿਹਾ ਕਿ ਚੱਲ ਮੈਂ ਤੈਨੂੰ ਤੇਰੀ ਮਾਂ ਦੇ ਘਰ ਛੱਡ ਕੇ ਆਣਾ, ਤੇ ਉਹ ਲੈ ਕੇ ਗਿਆ। ਰੋਬੀਨਾ ਸ਼ਹੀਨ ਜਿਹੜੀ ਉਹਦੀ ਸੱਸ ਸੀ ਉਹਨੂੰ ਕਹਿੰਦਾ ਫੜ ਆਪਣੀ ਧੀ ਨੂੰ ਆਪਣੇ ਘਰ ਰੱਖ, ਸਾਂਭ ਇਹਨੂੰ, ਮੈਂ ਨਹੀਂ ਰੱਖਣਾ, ਇਹ ਤਾਂ ਪਾਗਲ ਆ, ਤੂੰ ਮੈਨੂੰ ਦੱਸਿਆ ਨਹੀਂ ਹੈਗਾ ਵੀ ਇਹਨੂੰ ਦੌਰੇ ਪੈਂਦੇ ਨੇ, ਇਹ ਤਾਂ ਪਾਗਲਪਨ ਆ ਇਹਦੇ ਵਿੱਚ, ਤੇ ਪਾਗਲਪਨ ਦੇ ਵਿੱਚ ਕੁਝ ਵੀ ਕਰ ਸਕਦੀ ਆ। ਤੇ ਰੋਬੀਨਾ ਸ਼ਹੀਨ ਕਹਿੰਦੀ ਹੈ ਇਹਨੂੰ ਬਚਪਨ ਦੇ ਵਿੱਚ ਅੱਜ ਤੋਂ 13 ਸਾਲ ਪਹਿਲਾਂ ਇੱਕ ਦੌਰਾ ਪਿਆ ਸੀ, ਉਹਦਾ ਫਿਰ ਮੈਂ ਇਲਾਜ ਕਰਵਾ ਲਿਆ ਸੀ, ਉਸ ਤੋਂ ਬਾਅਦ ਇਹਨੂੰ ਕੋਈ ਦੌਰਾ ਨਹੀਂ ਪਿਆ ਹੈਗਾ, ਉਸ ਤੋਂ ਬਾਅਦ ਸੈੱਟ ਸੀ। 13 ਸਾਲ ਬਾਅਦ ਇਹਨੂੰ ਦੌਰਾ ਫਿਰ ਕਿਸ ਤਰ੍ਹਾਂ ਪੈ ਗਿਆ? ਤੇ ਉਹ ਕਹਿੰਦਾ ਨਹੀਂ ਜੀ ਇਹ ਪਾਗਲ ਆ ਤੇ ਇਹਨੂੰ ਰੱਖੋ, ਪਾਗਲਪਨ ਦੇ ਵਿੱਚ ਕੁਝ ਵੀ ਕਰ ਸਕਦੀ ਆ, ਮੈਂ ਇਹਨੂੰ ਨਹੀਂ ਲਿਜਾਣਾ, ਇਹਦਾ ਇਲਾਜ ਕਰਵਾ, ਉਸ ਤੋਂ ਬਾਅਦ ਫਿਰ ਮੈਂ ਵੇਖਾਂਗਾ ਕਿ ਇਹਨੂੰ ਲੈ ਕੇ ਜਾਣਾ ਜਾਂ ਨਹੀਂ। ਮਾਂ ਹੁਣ ਗੁਰਬਤ ਦੇ ਵਿੱਚ, ਤੰਗੀ ਦੇ ਵਿੱਚ ਰਹਿੰਦੀ ਸੀ, ਉਹਦੇ ਕੋਲ ਜੋ ਕੁਝ ਜਮਾ ਪੂੰਜੀ ਹੈ ਸੀ ਉਹਨੇ ਉਹਦਾ ਇਲਾਜ ਵਗੈਰਾ ਕਰਾਉਣਾ ਸ਼ੁਰੂ ਕਰ ਦਿੱਤਾ, ਜੋ ਵੀ ਪੈਸਾ ਕਮਾਉਂਦੀ ਉਹਦੇ ਇਲਾਜ ਦੇ ਉੱਤੇ ਲਾਉਂਦੀ। ਉਸ ਤੋਂ ਬਾਅਦ ਮਹੀਨੇ ਬਾਅਦ ਫਿਰ ਨੁਮਾਨ ਆਂਦਾ ਆਪਣੀ ਸੱਸ ਕੋ, ਕਹਿੰਦਾ ਕਿ ਅਗਰ ਇਹ ਠੀਕ ਹੋ ਗਈ ਆ ਤਾਂ ਮੈਂ ਇਹਨੂੰ ਲੈ ਜਾਣਾ, ਇਹਨੂੰ ਟੋਰ ਦੇ ਮੇਰੇ ਨਾਲ। ਤੇ ਉਹਦੀ ਮਾਂ ਕਹਿੰਦੀ ਆ ਹੋ ਸਕਦਾ ਹੈ ਠੀਕ ਹੋ ਗਿਆ ਹੋਵੇ, ਅੱਲਾ ਨੇ ਇਹਨੂੰ ਅਕਲ ਦੇ ਦਿੱਤੀ ਹੋਵੇ। ਉਹ ਹੀਰਾ ਨੂੰ ਫਿਰ ਉਹਦੇ ਨਾਲ ਟੋਰ ਦਿੰਦੀ ਆ। ਉਹ ਜਿਸ ਵੇਲੇ ਟੋਰ ਦਿੰਦੀ ਆ ਤੇ 2-3 ਮਹੀਨੇ ਰੱਖਦਾ ਤੇ ਹਰ ਵਕਤ ਲੜਾਈ ਝਗੜਾ ਦੰਗਾ ਫਸਾਦ, ਜਦੋਂ ਉਹ ਉਹਨੂੰ ਟੈਨਸ਼ਨ ਦਿੰਦਾ ਸੀ, ਉਹਨੂੰ ਮਾਰਦਾ ਸੀ, ਉਹਨੂੰ ਫਿਰ ਉਹ ਟੈਨਸ਼ਨ ਦੇ ਨਾਲ ਦੌਰਾ ਪੈ ਜਾਂਦਾ ਸੀ। ਜਿਸ ਵੇਲੇ ਦੌਰਾ ਪੈ ਜਾਂਦਾ ਸੀ ਤੇ ਉਹ ਕਹਿੰਦਾ ਸੀ ਪਤਾ ਨਹੀਂ ਇਹਦੇ ਵਿੱਚ ਕੀ ਆ ਗਿਆ, ਪਾਗਲਪਨ ਆ ਜਾਂ ਕਿਸ ਤਰ੍ਹਾਂ। ਤੇ ਖੈਰ ਉਹਨੇ ਫਿਰ ਹੀਰਾ ਨੂੰ ਆਪਣੇ ਨਾਲ ਲਿਆ ਤੇ ਲੈ ਕੇ ਉਹਦੀ ਮਾਂ ਦੇ ਘਰ ਚਲੇ ਗਏ। ਜਾ ਕੇ ਕਹਿਣ ਲੱਗੇ ਕਿ ਇਹਨੂੰ ਰੱਖੋ ਆਪਣੇ ਘਰ ਤੇ ਅਸੀਂ ਇਹਨੂੰ ਨਹੀਂ ਰੱਖਣਾ ਹੈਗਾ, ਅਗਰ ਇਹ ਪਾਗਲਪਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਦਮ ਉਠਾਵੇ ਕਿ ਸਾਡੇ ਕਿਸੇ ਘਰ ਦੇ ਜੀਅ ਨੂੰ ਜਾਂ ਮੈਨੂੰ ਮਾਰ ਦੇਵੇ ਜਾਂ ਜ਼ਹਿਰ ਦੇ ਦੇਵੇ, ਅਸੀਂ ਇਹਨੂੰ ਨਹੀਂ ਰੱਖ ਸਕਦੇ, ਅਸੀਂ ਤਲਾਕ ਦੇਣੀ ਆ। ਨੁਮਾਨ ਜਿਹੜਾ ਉਹਨੂੰ ਛੱਡ ਕੇ ਤੇ ਘਰ ਆ ਜਾਂਦਾ। ਜਿਸ ਵੇਲੇ ਬੱਚੀ ਨੂੰ ਵੇਖਦੀ ਆ, ਬੱਚੀ ਦੇ ਜਿਸਮ ਦੇ ਉੱਤੇ ਨਿਸ਼ਾਨਾਤ ਪਏ ਹੁੰਦੇ ਨੇ। ਬੱਚੀ ਨੂੰ ਫਿਰ ਹੀਰਾ ਨੂੰ ਰੋਬੀਨਾ ਸ਼ਹੀਨ ਪੁੱਛਦੀ ਆ ਬੇਟਾ ਤੈਨੂੰ ਕੀ ਹੋਇਆ? ਬੇਟੀ ਨੇ ਫਿਰ ਸਾਰਾ ਕੁਝ ਦੱਸਿਆ ਕਿ ਮਾਂ ਇਹ ਮੈਨੂੰ ਦਿਨ ਦੇ ਟਾਈਮ ਤਾਲਾ ਲਾ ਕੇ ਤੇ ਆਪ ਸਾਰਾ ਦਿਨ ਘਰੋਂ ਬਾਹਰ ਰਹਿੰਦਾ ਸੀ, ਰਾਤ ਨੂੰ ਕਿਤੇ ਆਂਦਾ ਸੀ ਤਾਲਾ ਖੋਲਦਾ ਸੀ ਤੇ ਸਾਰੀ ਰਾਤ ਇਹ ਬਾਹਰ ਵੀ ਰਹਿੰਦਾ ਸੀ, ਫਿਰ ਦਿਨ ਨੂੰ ਆਂਦਾ ਸੀ, ਇਸ ਤਰ੍ਹਾਂ ਚੱਕਰ ਚਲਾਉਂਦਾ ਸੀ, ਮੈਨੂੰ ਮਾਰਦਾ ਰਹਿੰਦਾ ਸੀ। ਔਰ ਹੀਰਾ ਕੋਲ ਮੋਬਾਈਲ ਵੀ ਕੋਈ ਨਹੀਂ ਸੀ, ਮੋਬਾਈਲ ਰੱਖਣੇ ਦੀ ਇਜਾਜ਼ਤ ਨਹੀਂ ਸੀ ਹੈਗੀ। ਤੇ ਰੋਬੀਨਾ ਸ਼ਹੀਨ ਨੇ, ਹੀਰਾ ਦੀ ਵਾਲਦਾ ਨੇ ਉਹਨੂੰ ਚੁੱਕਿਆ, ਚੁੱਕ ਕੇ ਤੇ ਹਸਪਤਾਲ ਲੈ ਜਾਂਦੀ ਆ, ਲਿਜਾ ਕੇ ਉੱਥੇ ਦਾਖਲ ਕਰਾਉਂਦੀ ਹੈ। ਡਾਕਟਰ ਕਹਿੰਦੇ ਨੇ ਇਹਦੀ ਹਾਲਤ ਬੜੀ ਸੀਰੀਅਸ ਆ ਤੇ ਇਹਨੂੰ ਦਾਖਲ ਕੀਤਾ ਜਾਣਾ, ਇਹਦਾ ਇਲਾਜ ਹੋਏਗਾ। ਤੇ ਜਿਸ ਵੇਲੇ ਡਾਕਟਰ ਦੇਖਦੇ ਨੇ ਇਲਾਜ ਮੁਆਲਜਾ ਸ਼ੁਰੂ ਹੁੰਦਾ, ਉਹਦੀ ਹਾਲਤ ਬੜੀ ਖਰਾਬ ਹੁੰਦੀ ਆ। ਉਹ 15 ਤੇ ਕਾਲ ਕਰਦੇ ਨੇ। ਉਹ ਪੁਲਿਸ ਜਿਹੜੀ ਆ ਸ਼ਾਦਬਾਗ ਥਾਣੇ ਦੀ ਆਂਦੀ ਆ ਕੇ ਇੱਕ ਰਿਪੋਰਟ ਬਣਾ ਕੇ ਲੈ ਜਾਂਦੀ ਆ ਤੇ ਉਸ ਤੋਂ ਬਾਅਦ ਇਹਦਾ ਇਲਾਜ ਚੱਲਦਾ ਰਹਿੰਦਾ। ਇਹਦੀ ਮਾਂ ਫਿਰ ਜਿਸ ਵੇਲੇ ਥਾਣੇ ਜਾਂਦੀ ਆ, SHO ਨੂੰ ਪੁੱਛਦੀ ਆ ਹਾਂਜੀ ਕੀ ਬਣਿਆ ਸਾਡੀ ਰਿਪੋਰਟ ਦਾ, ਉਹ ਰਿਪੋਰਟ ਅਗਰ ਆਈ ਆ ਤਾਂ ਮੈਨੂੰ ਦੇ ਦਿਓ। ਉਹ ਰਿਪੋਰਟ ਜਿਹੜੀ ਸੀ ਸਬ ਇੰਸਪੈਕਟਰ ਫੁਰਕਾਨ ਨੂੰ ਡਾਕਟਰ ਕਹਿੰਦੇ ਕਿ ਅਸੀਂ ਦੇਤੀ। ਹੁਣ ਸਬ ਇੰਸਪੈਕਟਰ ਫੁਰਕਾਨ ਕਹਿੰਦਾ ਕਿ ਰਿਪੋਰਟ ਹਸਪਤਾਲ ਵਾਲਿਆਂ ਕੋ, ਹਸਪਤਾਲ ਕਹਿੰਦੇ ਫੁਰਕਾਨ ਕੋ ਆ। ਥਾਣੇ ਜਾਂਦੀ ਆ, ਨੁਮਾਨ ਨੂੰ ਥਾਣੇ ਬੁਲਾਇਆ ਔਰ ਪੁੱਛਿਆ ਤੇ ਨੁਮਾਨ ਨੇ ਦੱਸਿਆ ਕਿ ਇਹਨਾਂ ਦੀ ਬੇਟੀ ਜਿਹੜੀ ਆ ਪਾਗਲ ਆ ਤੇ ਇਹਨਾਂ ਨੇ ਮੇਰੇ ਨਾਲ ਧੋਖਾ ਕੀਤਾ, ਫਰਾਡ ਕੀਤਾ। ਹੁਣ ਦੇਖਣ ਵਾਲੀ ਗੱਲ ਇਹ ਆ ਕਿ ਚਲੋ ਜੇ ਮਾਂ ਨੇ ਨਹੀਂ ਦੱਸਿਆ, ਹੁਣ ਮਾਂ ਨੂੰ ਕੀ ਪਤਾ ਸੀ ਇਹਨੂੰ ਬਾਅਦ ਦੇ ਵਿੱਚ ਵੀ ਦੌਰਾ ਪੈਣਾ। 13 ਸਾਲ ਬਾਅਦ ਉਹਨੂੰ ਦੌਰਾ ਪਿਆ। ਹੁਣ ਬੰਦਾ ਜਿਸ ਵੇਲੇ ਸ਼ਾਦੀ ਰੱਖਦਾ ਉਹਨੂੰ ਇਹ ਤਾਂ ਨਹੀਂ ਪਤਾ ਲੱਗਦਾ ਕਿ ਮੈਂ ਇਹਨੂੰ 13 ਸਾਲ ਪਹਿਲਾਂ ਜਿਹੜਾ ਹੋਇਆ ਸੀ ਦੌਰਾ ਬਾਅਦ ਦੇ ਵਿੱਚ ਪਏਗਾ। ਮਾਂ ਦਾ ਇਹ ਕਸੂਰ ਸੀ ਕਿ ਉਹਨੇ ਦੱਸਿਆ ਨਹੀਂ ਹੈਗਾ। ਲੇਕਿਨ ਮਾਂ ਵੀ ਵਿਚਾਰੀ ਹੁਣ ਸਾਰੇ ਕਿਵੇਂ ਟੈਸਟ ਕਰਾਉਂਦੀ, ਉਸ ਤੋਂ ਬਾਅਦ ਸ਼ਾਦੀ ਤੋਂ ਬਾਅਦ ਐਵੇਂ ਦੱਸਿਆ ਜਾਂਦਾ ਕਿ ਇਹਨੂੰ ਫਲਾਂ ਟਾਈਮ ਫਲਾਂ ਦੌਰਾ ਪਿਆ ਸੀ। ਨੁਮਾਨ ਕਹਿੰਦਾ ਜੀ ਇਹਨਾਂ ਨੇ ਸਾਡੇ ਨਾਲ ਫਰਾਡ ਕੀਤਾ, ਧੋਖਾ ਕੀਤਾ ਤੇ ਇਸ ਤਰ੍ਹਾਂ ਇਹ ਜਿਹੜਾ ਕੇਸ ਆ ਇਹਦੇ ਮੁਤਲਕ ਤੁਸੀਂ ਕੀ ਦੱਸੋਗੇ? ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਕਿ ਹਰ ਮਾਂ ਨੂੰ ਸ਼ਾਦੀ ਤੋਂ ਪਹਿਲਾਂ ਆਪਣੀ ਬੱਚੀ ਦੇ ਟੈਸਟ ਵਾਲਦੈਨ ਨੂੰ ਕਰਵਾ ਕੇ ਦੱਸਣੇ ਚਾਹੀਦੇ ਜਾਂ ਨਹੀਂ ਕਰਵਾਉਣੇ ਚਾਹੀਦੇ। ਐਵੇਂ ਨਹੀਂ ਹੁੰਦਾ ਹੈਗਾ ਕਿ ਟੈਸਟ ਕਰਵਾਓ ਤੇ ਕਰਵਾ ਕੇ ਸਾਰਾ ਕੁਝ ਦੱਸੋ। ਲੇਕਿਨ ਨੁਮਾਨ ਨੂੰ ਵੀ ਚਾਹੀਦਾ ਸੀ ਚਲੋ ਜੇ ਉਹਦੇ ਨਾਲ ਸ਼ਾਦੀ ਕਰਤੀ ਸੀ, ਉਹਦੇ ਨਾਲ ਪਿਆਰ ਮੁਹੱਬਤ ਹੋ ਗਿਆ ਸੀ ਤੇ ਆਪ ਇਲਾਜ ਕਰਵਾ ਲੈਂਦਾ। ਦੌਰੇ ਮਿਰਗੀ ਤੇ ਸਾਰੀ ਦੁਨੀਆ ਨੂੰ ਪੈਂਦਾ ਹੀ ਹੈ ਨਾ। ਲੇਕਿਨ ਇਹ ਨਹੀਂ ਹੈਗਾ ਕਿ ਬੰਦਾ ਬਿਲਕੁਲ ਉਹਨੂੰ ਕਵੇ ਕਿ ਹੁਣ ਮੈਂ ਤਲਾਕ ਹੀ ਦੇ ਦੇਣੀ ਆ ਤੇ ਇਹਨੂੰ ਛੱਡ ਦੇਣਾ। ਤੇ ਅੱਲਾਹ ਤਾਲਾ ਸਭ ਤੇ ਰਹਿਮਤ ਫਰਮਾਏ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਮਾਨ ਚ ਰੱਖੇ। अस्सलामु अलैकुम व रहमतुल्लाहि व बरकातहू।